ਹੈਲੋ ਫਰੈਂਡਸ, ਉਮੀਦ ਹੈ ਕਿ ਤੁਸੀਂ ਸਭ ਬਹੁਤ ਵਧੀਆ ਹੋਗੇ। ਤੇ ਅੱਜ ਅਸੀਂ ਲੈ ਕੇ ਆਏ ਹਾਂ ਸਾਡੀ ਚੱਲ ਰਹੀ ਵੀਡੀਓ ਹੈ ਜੋ ਖਲਜੀ ਡਾਇਨੈਸਟੀ। ਉਹਦੇ ਵਿੱਚ ਅਸੀਂ ਪਹਿਲਾਂ ਜਲਾਲੂਦੀਨ ਖਲਜੀ ਕਰ ਚੁੱਕੇ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਵਰ ਕਰਾਂਗੇ ਅਲਾਊਦੀਨ ਖਲਜੀ। ਅਲਾਊਦੀਨ ਖਲਜੀ ਦਾ ਮੁੱਢਲਾ ਜੀਵਨ ਤੇ ਉਹਦੀਆਂ ਉੱਤਰੀ ਭਾਰਤ ਦੇ ਉੱਪਰ ਜਿੱਤਾਂ ਨੇ ਜੋ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਫਸਟ ਪਾਰਟ ਦੇ ਵਿੱਚ, ਤੇ ਸੈਕਿੰਡ ਪਾਰਟ ਦੇ ਵਿੱਚ ਉਹਦੀਆਂ ਦੱਖਣੀ ਭਾਰਤ ਦੀਆਂ ਜਿੱਤਾਂ ਕਵਰ ਕਰਾਂਗੇ। ਅਲਾਊਦੀਨ ਖਲਜੀ ਜਲਾਲੂਦੀਨ ਖਲਜੀ ਦਾ ਭਤੀਜਾ ਸੀ ਤੇ ਉਹਦਾ ਜਵਾਈ ਵੀ ਸੀ। ਉਹਦਾ ਮੁੱਢਲਾ ਨਾਮ ਸੀ ਜਿਹੜਾ ਉਹ ਸੀਗਾ ਅਲੀ ਗੁਰਸ਼ਸਪ ਸੀ। ਉਹਦੇ ਪਿਤਾ ਦਾ ਨਾਮ ਸੀ ਜਿਹੜਾ ਉਹ ਸੀ ਸ਼ਹਾਬੂਦੀਨ ਖਲਜੀ, ਜਿਹੜਾ ਕਿ ਜਲਾਲੂਦੀਨ ਖਲਜੀ ਦਾ ਵੱਡਾ ਭਰਾ ਸੀ। ਉਹਦਾ ਪਾਲਣ ਪੋਸ਼ਣ ਸੀ ਜਿਹੜਾ ਉਹਦੇ ਚਾਚੇ ਨੇ ਕੀਤਾ ਸੀ, ਜਲਾਲੂਦੀਨ ਨੇ, ਕਿਉਂਕਿ ਉਹਦੇ ਪਿਤਾ ਦੀ ਮੌਤ ਹੋ ਗਈ ਸੀ। ਉਹਨੂੰ ਪੜ੍ਹਨ ਲਿਖਣ ਦੇ ਵਿੱਚ ਕੋਈ ਜ਼ਿਆਦਾ ਰੁਚੀ ਨਹੀਂ ਸੀ, ਇਸ ਕਰਕੇ ਉਹ ਸਾਰੀ ਜ਼ਿੰਦਗੀ ਅਨਪੜ੍ਹ ਹੀ ਰਿਹਾ ਸੀ। ਪਰ ਉਹਨੂੰ ਅਸਤਰ ਸ਼ਸਤਰ ਚਲਾਉਣ ਦੇ ਵਿੱਚ ਨਿਪੁੰਨਤਾ ਪ੍ਰਾਪਤ ਹੋ ਗਈ ਸੀ ਤੇ ਵੱਡਾ ਹੋਣ 'ਤੇ ਉਹ ਇੱਕ ਸੂਰਵੀਰ ਯੋਧਾ ਸਾਬਤ ਹੋਇਆ ਸੀ। ਜਲਾਲੂਦੀਨ ਨੇ ਆਪਣੀ ਇੱਕ ਪੁੱਤਰੀ ਦਾ ਵਿਆਹ ਅਲੀ ਗੁਰਸ਼ਸਪ ਨਾਲ ਤੇ ਇੱਕ ਹੋਰ ਪੁੱਤਰੀ ਦਾ ਵਿਆਹ ਉਹਦੇ ਛੋਟੇ ਭਰਾ ਅਲਮਾਸ ਬੇਗ ਦੇ ਨਾਲ ਕਰ ਦਿੱਤਾ ਸੀ। ਜਲਾਲੂਦੀਨ ਦੀ ਖਲਜੀ ਕ੍ਰਾਂਤੀ ਲਿਆਉਣ ਦੇ ਵਿੱਚ ਵੀ ਅਲਾਊਦੀਨ ਖਲਜੀ ਦਾ ਮਹੱਤਵਪੂਰਨ ਰੋਲ ਸੀ ਤੇ ਕੜਾ, ਮਨਿਕਪੁਰ ਤੇ ਅਵਧ ਦੇ ਜਿਹੜੇ ਇਲਾਕੇ ਸੀ ਉਹਨਾਂ ਨੂੰ ਜਿੱਤਣ ਦੇ ਵਿੱਚ ਵੀ ਜਿਹੜਾ ਅਲਾਊਦੀਨ ਖਲਜੀ ਸੀ ਉਹਦਾ ਮਹੱਤਵਪੂਰਨ ਰੋਲ ਅਦਾ। ਜਦੋਂ ਕੜਾ ਦਾ ਇਲਾਕਾ ਜਿੱਤ ਕੇ ਜਿਹੜਾ ਜਲਾਲੂਦੀਨ ਆ ਉਹ ਵਾਪਸ ਆ ਰਿਹਾ ਸੀ ਤਾਂ ਕੜਾ ਪਹੁੰਚ ਜਾਣ 'ਤੇ ਅਲਾਊਦੀਨ ਨੇ ਕੀ ਕੀਤਾ, ਸੁਲਤਾਨ ਨੂੰ ਦੇਵਗਿਰੀ ਦੇ ਹਮਲੇ ਦੀ ਸੀ ਜਿਹੜੀ ਸਾਰੀ ਰਿਪੋਰਟ ਦੱਸੀ। ਉਹ ਤੋਂ ਬਾਅਦ ਕੀ ਹੋਇਆ, ਉਹਨੇ ਆਗਿਆ ਨਹੀਂ ਸੀ ਲਈ ਦੇਵਗਿਰੀ ਦੇ ਉੱਪਰ ਹਮਲਾ ਕਰਨ ਦੀ, ਇਸ ਕਰਕੇ ਉਹਨੇ ਕੀ ਕੀਤਾ, ਸੁਲਤਾਨ ਤੋਂ ਮਾफ़ੀ ਮੰਗੀ ਤੇ ਸੁਲਤਾਨ ਅੱਗੇ ਪੇਸ਼ ਹੋਣ ਤੋਂ ਪਹਿਲਾਂ ਹੀ ਉਹਨੇ ਕੀ ਕੀਤਾ, ਖਿਮਾ ਪੱਤਰ ਦੀ ਮੰਗ ਕੀਤੀ। ਜਿਹੜਾ ਅਲਮਾਸ ਬੇਗ ਸੀ ਉਹਨੇ ਕੀ ਕੀਤਾ, ਸੁਲਤਾਨ ਨੂੰ ਯਕੀਨ ਦਿਵਾਤਾ ਕਿ ਜਿਹੜਾ ਅਲਾਊਦੀਨ ਖਿਲਜੀ ਹੈ ਉਹ ਦੇਵਗਿਰੀ ਤੋਂ ਜਿੰਨੀ ਵੀ ਧਨ ਦੌਲਤ ਲਿਆਂਦੀ ਹੋਈ ਆ ਉਹ ਸੁਲਤਾਨ ਨੂੰ ਦੇਣ ਵਾਸਤੇ ਬੇਚੈਨ। ਪਰ ਅੱਗੇ ਕੀ ਹੋਇਆ, ਉਹ ਆਪਣੇ ਕਸੂਰ ਦੇ ਕਾਰਨ ਦਿੱਲੀ ਆ ਕੇ ਸੁਲਤਾਨ ਦੇ ਅੱਗੇ ਹਾਜ਼ਰ ਹੋਣ ਤੋਂ ਬਹੁਤ ਡਰਦਾ ਹੈ। ਉਹਦੇ ਭਰਾ ਨੇ ਕਿਹਾ, ਅਲਮਾਸ ਬੇਗ ਨੇ, ਤੇ ਸੁਲਤਾਨ ਨੇ ਕੀ ਕੀਤਾ, ਦੂਸਰੇ ਸਰਦਾਰਾਂ ਦੀ ਸਲਾਹ ਦੀ ਕੋਈ ਪਰਵਾਹ ਨਾ ਕੀਤੀ ਤੇ ਕੀ ਕੀਤਾ, ਜਿਹੜਾ ਆਪਣਾ ਭਤੀਜਾ ਸੀ ਅਲਾਊਦੀਨ ਤੇ ਜਵਾਈ ਸੀ ਉਹਨੂੰ ਮਿਲਣ ਦੇ ਲਈ ਉਹਨੇ ਕੜਾ ਜਾਣ ਦਾ ਫੈਸਲਾ ਕਰ ਲਿਆ ਸੀ। ਜਦੋਂ ਹੀ ਉਹ ਕੜਾ ਦੇ ਨੇੜੇ ਪਹੁੰਚ ਗਿਆ ਤਾਂ ਜਿਹੜਾ ਅਲਮਾਸ ਬੇਗ ਸੀ ਉਹਦੇ ਕਹਿਣ 'ਤੇ ਉਹਨੇ ਕੀ ਕੀਤਾ, ਆਪਣੇ ਸੈਨਿਕਾਂ ਨੂੰ ਪਿੱਛੇ ਛੱਡ ਦਿੱਤਾ ਜਲਾਲੂਦੀਨ ਨੇ, ਤੇ ਕੁਝ ਬੇਹਥਿਆਰ ਸੇਵਕਾਂ ਦੇ ਨਾਲ ਉਹ ਅਲਾਊਦੀਨ ਨੂੰ ਮਿਲਣ ਵਾਸਤੇ ਚਲਾ ਗਿਆ। ਅਲਾਊਦੀਨ ਸੀ ਜਿਹੜਾ ਉਹ ਸੁਲਤਾਨ ਦੇ ਵੱਲ ਅੱਗੇ ਵਧਿਆ ਤੇ ਰਸਮੀ ਤੌਰ 'ਤੇ ਉਹਨੇ ਕੀ ਕੀਤਾ, ਉਹਦੇ ਕਦਮਾਂ ਦੇ ਉੱਤੇ ਸਿਰ ਝੁਕਾ ਦਿੱਤਾ ਤੇ ਜਲਾਲੂਦੀਨ ਨੇ ਆਪਣੇ ਭਤੀਜੇ ਨੂੰ ਬੜੇ ਪਿਆਰ ਦੇ ਨਾਲ ਉੱਪਰ ਚੁੱਕ ਕੇ ਗਲੇ ਨਾਲ ਲਾ ਲਿਆ ਤੇ ਉਹਨੂੰ ਕੀ ਕੀਤਾ, ਨਾਲ ਲੈ ਕੇ ਕਿਸ਼ਤੀ ਵੱਲ ਨੂੰ ਜਾਣ ਲੱਗਿਆ। ਉਹਨਾਂ ਨੇ ਪਹਿਲਾਂ ਹੀ ਸਾਜ਼ਿਸ਼ ਰਚੀ ਹੋਈ ਸੀ। ਸਾਜ਼ਿਸ਼ ਦੇ ਅਨੁਸਾਰ ਅਲਾਊਦੀਨ ਦੇ 2 ਸੈਨਿਕਾਂ ਨੇ ਵਾਰੀ-ਵਾਰੀ ਸੁਲਤਾਨ ਦੇ ਉੱਤੇ ਹਮਲਾ ਕਰਤਾ ਤੇ ਉਹਦਾ ਸਿਰ ਸੀ ਜਿਹੜਾ ਉਹ ਧੜ ਤੋਂ ਅਲੱਗ ਕਰ ਦਿੱਤਾ ਤੇ ਸੁਲਤਾਨ ਦੇ ਕਿਸ਼ਤੀਆਂ ਦੇ ਵਿੱਚ ਠਹਿਰੇ ਸਰਦਾਰਾਂ ਤੇ ਸੈਨਿਕ ਸੀ ਜਿੰਨੇ ਵੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਅਲਾਊਦੀਨ ਨੇ ਆਪਣੇ ਸਿਰ ਦੇ ਉੱਤੇ ਸ਼ਾਹੀ ਛਤਰ ਫੈਲਾ ਕੇ ਆਪਣੇ ਆਪ ਨੂੰ 20 ਜੁਲਾਈ 1296 ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ। ਆਪਣੇ ਚਾਚੇ ਜਲਾਲੂਦੀਨ ਦੀ ਹੱਤਿਆ ਤੋਂ ਬਾਅਦ ਉਹਨੇ ਗੱਦੀ ਦੇ ਉੱਪਰ ਉਹ 20 ਜੁਲਾਈ 1296 ਨੂੰ ਬੈਠ ਗਿਆ ਸੀ ਤੇ ਉਸ ਤੋਂ ਬਾਅਦ ਉਹਨੇ ਦਿੱਲੀ ਦੇ ਉੱਪਰ ਕਬਜ਼ਾ ਕੀਤਾ। ਕੜਾ ਦੇ ਵਿੱਚ ਜਦੋਂ ਉਹਨੇ ਰਾਜਗੱਦੀ 'ਤੇ ਬੈਠਣ ਤੋਂ ਬਾਅਦ ਅਲਾਊਦੀਨ ਨੇ ਉੱਥੇ ਇੱਕ ਅਸਥਾਈ ਸਰਕਾਰ ਬਣਾ ਲਈ ਸੀ ਤੇ ਦਿੱਲੀ ਦੇ ਵੱਲ ਨੂੰ ਕੂਚ ਕਰਨ ਦੀਆਂ ਉਹ ਤਿਆਰੀਆਂ ਕਰਨ ਲੱਗ ਪਿਆ ਸੀਗਾ। ਉਹਨੇ ਆਪਣੇ ਭਰਾ ਅਲਮਾਸ ਬੇਗ ਨੂੰ ਉਲਗ ਖਾਂ ਦੀ ਉਪਾਧੀ ਦਿੱਤੀ ਸੀ ਤੇ ਇਸੇ ਤਰ੍ਹਾਂ ਉਹ ਇੱਕ ਮਲਿਕ ਨੁਸਰਤ ਜਲੇਸਰੀ ਸੀਗਾ, ਉਹਨੂੰ ਨੁਸਰਤ ਖਾਂ ਦੀ ਉਪਾਧੀ ਦਿੱਤੀ। ਮਲਿਕ ਯੂਸਫ ਹਿਜ਼ਬਰ ਉਦੀਨ ਨੂੰ ਜ਼ਫਰ ਖਾਂ ਦੀ, ਤੇ ਸੰਜ਼ਾਰ ਸੀ ਉਹਦੀ ਪਤਨੀ ਮਹਿਰੂ ਦਾ ਭਰਾ ਸੀ, ਉਹਨੂੰ ਅਲਪ ਖਾਂ ਦੀ ਉਪਾਧੀ ਪ੍ਰਦਾਨ ਕੀਤੀ ਸੀ। ਉਹਨੇ ਆਪਣੇ ਮਿੱਤਰਾਂ ਨੂੰ ਤੇ ਅਮੀਰ ਦੀ, ਤੇ ਜੋ ਪਹਿਲਾਂ ਹੀ ਅਮੀਰ ਸਨ ਉਹਨਾਂ ਨੂੰ ਮਲਿਕ ਦੀ ਉਪਾਧੀ ਦੇ ਦਿੱਤੀ ਸੀ। ਉਸ ਸਮੇਂ ਕੀ ਹੋਇਆ, ਕਾਫੀ ਜ਼ਿਆਦਾ ਵਰਖਾ ਹੋਣ ਲੱਗ ਪਈ ਸੀ, ਜਿਸ ਕਰਕੇ ਜਿਹੜੀ ਉਹ ਵਰਖਾ ਸੀ ਅਲਾਊਦੀਨ ਵਾਸਤੇ ਕਾਫੀ ਜ਼ਿਆਦਾ ਅਨੁਕੂਲ ਸਿੱਧ ਹੋਈ ਸੀ। ਉਹਨੇ ਕੀ ਕੀਤਾ, ਆਦੇਸ਼ ਦਿੱਤਾ ਤੇ ਸਰਦਾਰਾਂ ਤੇ ਜਿਹੜੇ ਰਾਜ ਅਧਿਕਾਰੀ ਸੀਗੇ ਸਾਰੇ ਉਹਨੇ ਤੇਜ਼ੀ ਨਾਲ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਤੇ ਛੇਤੀ ਹੀ 56,000 ਘੋੜਸਵਾਰ ਤੇ 60,000 ਜਿਹੜੇ ਪੈਦਲ ਸੈਨਿਕ ਸੀ ਉਹਨਾਂ ਦੀ ਫੌਜ ਤਿਆਰ ਹੋ ਗਈ ਸੀ। ਉਹਦੀ ਸੈਨਾ ਨੂੰ 2 ਹਿੱਸਿਆਂ ਦੇ ਵਿੱਚ, ਇੱਕ ਨੇ ਸੁਲਤਾਨ ਦੀ ਆਪਣੀ ਤੇ ਨੁਸਰਤ ਖਾਂ ਦੀ ਅਗਵਾਈ ਹੇਠ ਬਦੌਣ ਵੱਲੋਂ ਤੇ ਦੂਜੇ ਨੇ ਜ਼ਫਰ ਖਾਂ ਦੀ ਅਗਵਾਈ ਦੇ ਹੇਠ ਅਲੀਗੜ੍ਹ ਵੱਲੋਂ
ਦਿੱਲੀ ਵੱਲ ਨੂੰ ਕੂਚ ਕਰ ਦਿੱਤਾ, ਦਿੱਲੀ ਦੇ ਉੱਪਰ ਕਬਜ਼ਾ ਕਰਨ ਦੇ ਲਈ। ਜਨਤਾ ਦਾ ਸਹਿਯੋਗ ਪ੍ਰਾਪਤ ਕਰਨ ਵਾਸਤੇ ਅਲਾਊਦੀਨ ਨੇ ਕੀ ਕੀਤਾ, ਰਸਤੇ ਦੇ ਵਿੱਚ ਸੋਨੇ ਅਤੇ ਚਾਂਦੀ ਦੀ ਵਰਖਾ ਸ਼ੁਰੂ ਕਰ ਦਿੱਤੀ। ਅਤੇ ਜਿਹੜਾ ਸੁਲਤਾਨ ਜਲਾਲੂਦੀਨ ਸੀ ਮ੍ਰਿਤਕ, ਉਹਦੇ ਬਹੁਤ ਸਾਰੇ ਸੈਨਿਕ ਸੀ ਜਿਹੜੇ ਅਤੇ ਸਰਦਾਰ ਸੀ, ਉਹ ਵੀ ਅਲਾਊਦੀਨ ਦੇ ਨਾਲ ਆ ਕੇ ਰਲ ਗਏ ਸੀ। ਇਹ ਅਲਾਊਦੀਨ ਦੀ ਖੁਸ਼ਕਿਸਮਤੀ ਸੀ। ਅਤੇ ਜਲਾਲੂਦੀਨ ਦੀ ਜਿਹੜੀ ਵਿਧਵਾ ਸੀਗੀ ਮਲਕ-ਏ-ਜਹਾਨ, ਉਹਨੇ ਵੀ ਆਪਣੇ ਵੱਡੇ ਅਤੇ ਯੋਗ ਪੁੱਤਰ ਅਰਕਲੀ ਖਾਂ ਨੂੰ ਮਲਤਾਨ ਦਾ ਗਵਰਨਰ ਬਣਾ ਕੇ ਭੇਜਤਾ ਸੀ। ਉਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਮਲਿਕਾ ਸੀ, ਉਹਨੇ ਆਪਣੇ ਛੋਟੇ ਪੁੱਤਰ ਕਾਦਰ ਖਾਂ ਨੂੰ ਰਕਨੁਦੀਨ ਇਬਰਾਹਿਮ ਦੀ ਉਪਾਧੀ ਦੇ ਕੇ ਰਾਜਗੱਦੀ ਦੇ ਉੱਪਰ ਬਿਠਾ ਦਿੱਤਾ ਸੀ। ਕਾਦਰ ਖਾਂ ਸੀ ਜਿਹੜਾ ਅਲਾਊਦੀਨ ਦਾ ਮੁਕਾਬਲਾ ਕਰਨ ਦੇ ਵਿੱਚ ਅਸਮਰੱਥ ਸੀ, ਅਤੇ ਉਹ ਆਪਣੀ ਮਾਤਾ ਸੀ ਮਲਕਾ-ਏ-ਜਹਾਨ ਅਤੇ ਅਹਿਮਦ ਚਾਪ ਮਲਿਕ ਕੁਤਬੁਦੀਨ ਅਲਬੀ ਜਿਹੜੇ ਵੀ ਸਰਦਾਰ ਸੀ, ਉਹਨਾਂ ਨੂੰ ਨਾਲ ਲੈ ਕੇ ਉਹ ਮੁਲਤਾਨ ਵੱਲ ਨੂੰ ਦੌੜ ਗਿਆ ਸੀ। ਜਦੋਂ ਅਲਾਊਦੀਨ ਨੇ ਦਿੱਲੀ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਉੱਥੋਂ ਦੇ ਸਾਰੇ ਮੰਤਰੀ ਸੀ ਜਿਹੜੇ ਕਾਜੀ ਸੀ, ਸਦਰ ਅਤੇ ਕੋਤਵਾਲ ਸੀ, ਉਹਨਾਂ ਨੇ ਕਿਲ੍ਹਿਆਂ ਦੀਆਂ ਚਾਬੀਆਂ ਨਵੇਂ ਸੁਲਤਾਨ ਨੂੰ ਆਪ ਹੀ ਸਮਰਪਿਤ ਕਰ ਦਿੱਤੀਆਂ ਸੀਗੀਆਂ। ਅਲਾਊਦੀਨ ਦੀ 21 ਅਕਤੂਬਰ 1296 ਈਸਵੀ ਨੂੰ ਬਲਬਨ ਦੇ ਲਾਲ ਮਹਿਲ ਦੇ ਵਿੱਚ ਤਖ਼ਤ ਨਸ਼ੀਨੀ ਦੀ ਰਸਮ ਬੜੀ ਧੂਮਧਾਮ ਦੇ ਨਾਲ ਮਨਾਈ ਗਈ ਸੀ। ਇਸ ਸ਼ੁਭ ਮੌਕੇ 'ਤੇ ਰਾਜੇ ਨੇ ਕੀ ਕੀਤਾ ਸੀ, ਦਰਬਾਰੀਆਂ ਅਤੇ ਰਾਜ ਅਧਿਕਾਰੀਆਂ ਦੇ ਵਿੱਚ ਖੁੱਲ੍ਹੇ ਦਿਲ ਦੇ ਨਾਲ ਧਨ ਵੰਡਿਆ। ਇਸ ਤੋਂ ਪਿੱਛੋਂ ਉਸਨੇ ਹੌਲੀ ਹੌਲੀ ਆਪਣੇ ਚਾਚੇ ਜਲਾਲੂਦੀਨ ਦੇ ਪਰਿਵਾਰ ਦਾ ਵੀ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨੇ ਸਭ ਤੋਂ ਪਹਿਲਾਂ ਕੀ ਕੀਤਾ, ਜਲਾਲੂਦੀਨ ਦੇ ਪਰਿਵਾਰ ਦੇ ਵਿੱਚ ਉਲਗ ਖਾਂ ਅਤੇ ਜਫਰ ਖਾਂ ਨਾਮਕ 2 ਸੂਰਬੀਰ ਅਤੇ ਵਿਸ਼ਵਾਸ ਪਾਤਰ ਸੈਨਾਪਤੀਆਂ ਨੂੰ ਇਹ ਕੰਮ ਸੌਂਪਿਆ ਸੀ ਜਲਾਲੂਦੀਨ ਦੇ ਪਰਿਵਾਰ ਦੇ ਖਾਤਮੇ ਕਰਨ ਲਈ। ਇਹਨਾਂ ਸੈਨਾਪਤੀਆਂ ਦੀ ਅਗਵਾਈ ਦੇ ਹੇਠ 30,000 ਤੋਂ 40,000 ਤੱਕ ਦੀ ਗਿਣਤੀ ਦੇ ਵਿੱਚ ਸੈਨਿਕਾਂ ਨੇ ਮੁਲਤਾਨ ਵੱਲ ਨੂੰ ਕੂਚ ਕਰ ਦਿੱਤਾ ਸੀ। ਅਰਕਲੀ ਖਾਂ ਸੀ ਜਿਹੜਾ, ਉਹਨੇ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ ਸੀ, ਪਰ ਮੁਲਤਾਨ ਦਾ ਜਿਹੜਾ ਕੋਤਵਾਲ ਸੀ ਅਤੇ ਕਈ ਹੋਰ ਸਰਦਾਰ ਸੀ, ਉਹ ਅਰਕਲੀ ਖਾਂ ਨੂੰ ਧੋਖਾ ਦੇ ਗਏ ਸੀ। ਹਮਲਾਵਰਾਂ ਨੇ ਕੀ ਕੀਤਾ ਸੀ, ਮੁਲਤਾਨ ਦੇ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਜਲਾਲੂਦੀਨ ਦੇ ਦੋਵੇਂ ਪੁੱਤਰ ਸੀ ਜਿਹੜੇ ਅਰਕਲੀ ਖਾਂ ਅਤੇ ਰੁਕਨਦੀਨ ਇਬਰਾਹਿਮ, ਉਹਦੀ ਵਿਧਵਾ ਮਲਕਾ-ਏ-ਜਹਾਨ ਅਤੇ ਕੁਝ ਜਲਾਲੀ ਸਰਦਾਰ ਸੀ, ਉਹਨਾਂ ਨੂੰ ਸਾਰਿਆਂ ਨੂੰ ਬੰਦੀ ਬਣਾ ਲਿਆ ਗਿਆ ਸੀ। ਅਲਾਊਦੀਨ ਦੇ ਆਦੇਸ਼ ਦੇ ਅਨੁਸਾਰ ਅਰਕਲੀ ਖਾਂ ਅਤੇ ਰੁਕਨਦੀਨ ਇਬਰਾਹਿਮ ਨੂੰ ਅੰਨ੍ਹਾ ਕਰਵਾ ਕੇ ਹਾਂਸੀ ਦੇ ਕਿਲ੍ਹੇ ਦੇ ਵਿੱਚ ਬੰਦੀ ਬਣਾ ਲਿਆ ਗਿਆ ਸੀ। ਅਰਕਲੀ ਖਾਂ ਦੇ ਪੁੱਤਰਾਂ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਮਲਿਕਾ-ਏ-ਜਹਾਨ ਅਤੇ ਅਹਿਮਦ ਚਾਪ ਜਿਹਨੂੰ ਅੰਨ੍ਹਾ ਕਰਵਾਇਆ ਸੀ, ਉਹਨਾਂ ਨੂੰ ਦਿੱਲੀ ਲਿਆ ਕੇ ਕੈਦਖਾਨੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਜਲਦੀ ਪਿੱਛੋਂ ਅਲਾਊਦੀਨ ਨੇ ਵਿਦਰੋਹੀ ਸਰਦਾਰਾਂ ਦੀ ਸ਼ਕਤੀ ਨੂੰ ਵੀ ਖਤਮ ਕਰ ਦਿੱਤਾ ਸੀ। ਜਦੋਂ ਜਿਹੜਾ ਅਲਾਊਦੀਨ ਖਲਜੀ ਸੀ 1296 ਈਸਵੀ ਦੇ ਵਿੱਚ ਸੁਲਤਾਨ ਬਣਿਆ ਸੀ, ਤਾਂ ਉਹ ਰਾਜਗੱਦੀ ਨੂੰ ਸੁਰੱਖਿਅਤ ਕਰਨ ਦੇ ਬਾਅਦ ਉਲਗ ਖਾਂ, ਨੁਸਰਤ ਖਾਂ, ਜਫਰ ਖਾਂ ਅਤੇ ਅਲਪ ਖਾਂ ਨੂੰ ਆਪਣੇ 4 ਪ੍ਰਸਿੱਧ ਸੈਨਾਪਤੀਆਂ ਦੀ ਸਹਾਇਤਾ ਦੇ ਨਾਲ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਬਾਰੇ ਸੋਚਣ ਲੱਗ ਗਿਆ ਸੀ। ਉਹ ਇੱਕ ਉੱਚੇ ਮਨਸੂਬਿਆਂ ਵਾਲਾ ਸ਼ਾਸਕ ਹੁੰਦੇ ਹੋਏ ਉਹ ਸਿਕੰਦਰ ਮਹਾਨ ਦੀ ਤਰ੍ਹਾਂ ਸੰਸਾਰ ਭਰ ਵਿੱਚ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਪਰ ਦਿੱਲੀ ਦੇ ਯੋਗ ਕੋਤਵਾਲ ਕਾਜ਼ੀ ਅੱਲਾ ਉਲ ਮੁਲਕ ਨੇ ਉਸ ਨੂੰ ਇੱਕ ਸਲਾਹ ਦਿੱਤੀ ਅਤੇ ਉਸ ਨੂੰ ਅਜਿਹੀਆਂ ਵਿਅਰਥ ਕਾਲਪਨਿਕ ਯੋਜਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ, ਸਗੋਂ ਸਭ ਤੋਂ ਪਹਿਲਾਂ ਭਾਰਤ ਦੇ ਸੁਤੰਤਰ ਰਾਜਾਂ ਨੂੰ ਜਿੱਤਣ ਦਾ ਯਤਨ ਕਰਨਾ ਚਾਹੀਦਾ ਹੈ। ਉਹਨੇ ਕੀ ਕੀਤਾ, ਬੁੱਧੀਮਾਨ ਕਾਜ਼ੀ ਦੀ ਇਸ ਸਲਾਹ ਨੂੰ ਮੰਨ ਲਿਆ ਅਤੇ ਭਾਰਤ ਦੀ ਜਿੱਤ ਵੱਲ ਆਪਣੀ ਸ਼ਕਤੀ ਲਗਾ ਦਿੱਤੀ। ਅਤੇ ਉਸ ਤੋਂ ਬਾਅਦ ਉਹਨੇ ਉੱਤਰੀ ਭਾਰਤ ਵੱਲ ਦੀਆਂ ਭਾਰਤ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਸੀ ਜਿਹੜੀ ਉਹਨੇ ਜਿੱਤ ਪ੍ਰਾਪਤ ਕੀਤੀ, ਉਹ ਸੀਗੀ ਗੁਜਰਾਤ ਦੀ ਜਿੱਤ। ਗੁਜਰਾਤ ਦੇ ਉੱਪਰ ਉਹਨੇ ਜਿੱਤ ਪ੍ਰਾਪਤ ਕਰਨ ਦਾ ਸਭ ਤੋਂ ਪਹਿਲਾਂ ਨਿਸ਼ਚਾ ਕੀਤਾ ਸੀ। ਜਿਹੜਾ ਸੀ ਉਹ ਗੁਜਰਾਤ ਦਾ ਏਰੀਆ, ਉਹ ਉਪਜਾਊ ਵੀ ਸੀ ਅਤੇ ਖੁਸ਼ਹਾਲ ਵੀ ਸੀ। ਬੜੋਚ, ਸੁਪਾਰਾ ਅਤੇ ਖੰਭਾਤ ਦੀਆਂ ਜਿਹੜੀਆਂ ਬੰਦਰਗਾਹਾਂ ਸੀਗੀਆਂ, ਇਸ ਪ੍ਰਦੇਸ਼ ਦੇ ਪ੍ਰਸਿੱਧ ਵਪਾਰਕ ਕੇਂਦਰ ਸੀ। 1297 ਈਸਵੀ ਦੇ ਵਿੱਚ ਜਿਹੜਾ ਸੁਲਤਾਨ ਸੀ, ਉਹਨੇ ਉਲਗ ਖਾਂ ਅਤੇ ਨੁਸਰਤ ਖਾਂ ਦੀ ਅਗਵਾਈ ਦੇ ਵਿੱਚ ਇਸ ਪ੍ਰਦੇਸ਼ ਨੂੰ ਫਤਿਹ ਕਰਨ ਦੇ ਲਈ ਵਿਸ਼ਾਲ ਸੈਨਾ ਭੇਜਦੀ ਸੀ। ਉਸ ਸਮੇਂ ਕੀ ਹੋਇਆ ਸੀ, ਗੁਜਰਾਤ ਦਾ ਰਾਜਾ ਸੀ ਜਿਹੜਾ, ਉਹ ਕਰਨਦੇਵ ਸੀ। ਉਸ ਦੇ ਵਿੱਚ ਦੁਸ਼ਮਣਾਂ ਦਾ ਸਾਹਮਣਾ ਕਰਨ ਦਾ ਇੰਨਾ ਸਾਹਸ ਨਹੀਂ ਸੀ ਅਤੇ ਉਹ ਆਪਣੀ ਪੁੱਤਰੀ ਦੇਵਲ ਦੇਵੀ ਦੇ ਨਾਲ ਰਾਜਧਾਨੀ ਨੂੰ ਛੱਡ ਕੇ ਦੱਖਣ ਵੱਲ ਭੱਜ ਗਿਆ ਸੀ। ਉਹਨੇ ਦੇਵਗਿਰੀ ਦੇ ਰਾਜੇ ਰਾਮਚੰਦਰ ਕੋਲ ਜਾ ਕੇ ਸ਼ਰਨ ਲੈ ਲਈ ਸੀ ਅਤੇ ਉਹਦੀ ਜਿਹੜੀ ਰਾਜਧਾਨੀ ਸੀ ਅਨਹਿਲਵਾੜਾ, ਉਹਦੇ ਉੱਤੇ ਹਮਲਾਵਰਾਂ ਦਾ ਅਧਿਕਾਰ ਹੋ ਗਿਆ ਸੀ। ਉਹਨਾਂ ਨੇ ਉੱਥੇ ਖੂਬ ਲੁੱਟਮਾਰ ਕੀਤੀ। ਰਾਜਾ ਕਰਨਦੇਵ ਦੀ ਜਿਹੜੀ ਰਾਣੀ ਸੀ ਕਮਲਾ ਦੇਵੀ, ਉਹ ਵੀ ਦੁਸ਼ਮਣਾਂ ਦੇ ਹੱਥ ਆ ਗਈ ਸੀ। ਉਹਨੂੰ ਫਿਰ ਅੱਗੇ ਅਲਾਊਦੀਨ ਦੇ ਕੋਲ ਭੇਜ ਦਿੱਤਾ ਗਿਆ ਸੀ। ਅਲਹਿਨਵਾੜਾ ਦੀ ਜਿੱਤ ਤੋਂ ਪਿੱਛੋਂ ਤੁਰਕਾਂ ਨੇ ਕੀ ਕੀਤਾ, ਸੋਮਨਾਥ ਦੇ ਮੰਦਰ ਨੂੰ ਵੀ ਨਸ਼ਟ ਕੀਤਾ ਅਤੇ ਉੱਥੇ ਵੀ ਕਾਫੀ ਜ਼ਿਆਦਾ ਲੁੱਟਮਾਰ ਕੀਤੀ ਸੀ।
ਬੜੌਚ ਤੇ ਖੰਭਾਤ ਦੀਆਂ ਜਿਹੜੀਆਂ ਪ੍ਰਸਿੱਧ ਬੰਦਰਗਾਹਾਂ ਸੀ ਉਹਨਾਂ ਨੂੰ ਵੀ ਲੁੱਟਿਆ ਗਿਆ। ਤੇ ਨੁਸਰਤ ਖਾਨ ਨੇ ਇਸ ਸਮੇਂ ਖੰਭਾਤ ਤੋਂ ਮਲਿਕ ਕਫੂਰ ਨਾਮੀ ਇੱਕ ਸੁੰਦਰ ਹਿੰਦੂ ਨਪੁੰਸਕ ਨੂੰ ਵੀ 1000 ਦਿਨਾਰ ਦੇ ਵਿੱਚ ਖਰੀਦ ਲਿਆ ਸੀ। ਇਸ 1000 ਦਿਨਾਰੀ ਨੇ ਬਾਅਦ ਦੇ ਵਿੱਚ ਦੱਖਣੀ ਭਾਰਤ ਦੀ ਜਿੱਤ ਦੇ ਵਿੱਚ ਮਹੱਤਵਪੂਰਨ ਭਾਗ ਲਿਆ ਸੀ। ਉਸ ਤੋਂ ਨੈਕਸਟ ਹੈ ਰਣਥੰਭੌਰ ਦੀ ਜਿੱਤ 1299 ਤੋਂ 1301 ਤੱਕ। 1299 ਈਸਵੀ ਦੇ ਵਿੱਚ ਸੁਲਤਾਨ ਨੇ ਉਲਗ ਖਾਂ ਤੇ ਨੁਸਰਤ ਖਾਨ ਨੂੰ ਇੱਕ ਵਿਸ਼ਾਲ ਸੈਨਾ ਦੇ ਨਾਲ ਰਣਥੰਭੌਰ 'ਤੇ ਜਿੱਤ ਪ੍ਰਾਪਤ ਕਰਨ ਵਾਸਤੇ ਭੇਜਿਆ ਸੀਗਾ। ਉਸ ਸਮੇਂ ਜਿਹੜਾ ਰਣਥੰਭੌਰ ਦਾ ਰਾਜਾ ਸੀਗਾ ਉਹ ਸੀਗਾ ਹਮੀਰ ਦੇਵ। ਉਹਨੇ ਕਈ ਮੰਗੋਲਾਂ ਜਾਂ ਨਵੇਂ ਮੁਸਲਮਾਨਾਂ ਨੂੰ ਜੋ ਦਿੱਲੀ ਦੇ ਸਾਮਰਾਜ ਦੇ ਦੁਸ਼ਮਣ ਸੀ ਸ਼ਰਨ ਦਿੱਤੀ ਹੋਈ ਸੀ। ਉਹਨੇ ਰਣਥੰਭੌਰ ਦੇ ਕਿਲ੍ਹੇ ਤੋਂ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਨੁਸਰਤ ਖਾਂ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ। ਉਲਗ ਖਾਂ ਨੂੰ ਵੀ ਬੁਰੀ ਤਰ੍ਹਾਂ ਹਰਾ ਕੇ ਉਹਨੇ ਭਜਾ ਦਿੱਤਾ ਸੀ। ਸੈਨਾ ਦੀ ਹਾਰ ਤੇ ਨੁਸਰਤ ਖਾਂ ਦੀ ਮੌਤ ਦਾ ਸਮਾਚਾਰ ਸੁਣ ਕੇ ਜਿਹੜਾ ਅਲਾਉਦੀਨ ਸੀ ਉਹ ਕਾਫੀ ਜ਼ਿਆਦਾ ਦੁਖੀ ਹੋਇਆ। ਹੁਣ ਉਹਨੇ ਕੀ ਕੀਤਾ, ਸੈਨਾ ਦੀ ਅਗਵਾਈ ਆਪਣੇ ਹੱਥਾਂ ਦੇ ਵਿੱਚ ਲੈ ਲਈ ਸੀ ਤੇ ਰਣਥੰਭੌਰ ਦੇ ਉੱਪਰ ਦੁਬਾਰਾ ਫਿਰ ਤੋਂ ਚੜ੍ਹਾਈ ਕਰ ਦਿੱਤੀ ਸੀ। ਜਿਹੜਾ ਰਾਜਾ ਹਮੀਰ ਦੇਵ ਸੀ ਉਹ ਦੁਸ਼ਮਣ ਦਾ ਬੜੀ ਵੀਰਤਾ ਦੇ ਨਾਲ ਉਹਨੇ ਮੁਕਾਬਲਾ ਕੀਤਾ ਤੇ 11 ਮਹੀਨਿਆਂ ਤੱਕ ਸੀ ਜਿਹੜੀ ਇਹ ਲੜਾਈ ਇਹ ਚੱਲਦੀ ਰਹੀ। ਇਸ ਲੜਾਈ ਦੇ ਵਿੱਚ ਨਵੇਂ ਮੁਸਲਮਾਨਾਂ ਨੇ ਜੋ ਰਾਣਾ ਵੱਲੋਂ ਲੜ ਰਹੇ ਸੀ ਕਾਫੀ ਜ਼ਿਆਦਾ ਵੀਰਤਾ ਦਿਖਾਈ ਤੇ ਅੰਤ ਦੇ ਵਿੱਚ ਰਾਣਾ ਦੇ ਇੱਕ ਸੈਨਾਪਤੀ ਰਣਮੱਲ ਨੇ ਆਪਣੇ ਸਵਾਮੀ ਦੇ ਨਾਲ ਵਿਸ਼ਵਾਸਘਾਤ ਕਰਤਾ ਸੀ ਤੇ ਇਸ ਤਰ੍ਹਾਂ ਇਹ ਜਿਹੜੀ ਲੜਾਈ ਸੀ ਇਹ ਜੁਲਾਈ 1301 ਦੇ ਵਿੱਚ ਰਣਥੰਭੌਰ ਦੇ ਕਿਲ੍ਹੇ ਦੇ ਉੱਤੇ ਅਲਾਉਦੀਨ ਖਲਜੀ ਦਾ ਕਬਜ਼ਾ ਹੋ ਗਿਆ ਸੀ। ਰਾਣਾ ਹਮੀਰ ਤੇ ਉਹਦੇ ਪਰਿਵਾਰ ਨੂੰ ਸਦਾ ਦੇ ਲਈ ਮੌਤ ਦੀ ਨੀਂਦ ਸੁਆ ਦਿੱਤਾ ਗਿਆ ਸੀ। ਜਿਸ ਬਹਾਦਰੀ ਦੇ ਨਾਲ ਰਾਣਾ ਹਮੀਰ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ ਉਸ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ ਡਾਕਟਰ KS ਲਾਲ ਦੇ ਵੱਲੋਂ ਕਿ ਰਾਣਾ ਨੇ ਆਪਣੇ ਵੰਸ਼ ਦੀਆਂ ਉੱਚੀਆਂ ਪਰੰਪਰਾਵਾਂ ਦਾ ਪਾਲਣ ਕੀਤਾ ਤੇ ਅਦੁੱਤੀ ਵੀਰਤਾ ਦੇ ਨਾਲ ਯੁੱਧ ਲੜਿਆ ਸੀ। ਉਸ ਤੋਂ ਅੱਗੇ ਮੇਵਾੜ ਦੀ ਜਿੱਤ 1303 ਦੇ ਵਿੱਚ। 1303 ਈਸਵੀ ਦੇ ਵਿੱਚ ਅਲਾਉਦੀਨ ਨੇ ਮੇਵਾੜ ਦੇ ਉੱਪਰ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ ਸੀ। ਮੇਵਾੜ ਸੀ ਜਿਹੜਾ ਰਾਜਸਥਾਨ ਦਾ ਇੱਕ ਮਹੱਤਵਪੂਰਨ ਰਾਜ ਸੀਗਾ ਜਿਹਦੀ ਰਾਜਧਾਨੀ ਚਿਤੌੜ ਸੀ। ਸੁਲਤਾਨ ਆਪਣੇ ਜਿਹੜੇ ਸਾਮਰਾਜਵਾਦੀ ਉਦੇਸ਼ ਦੇ ਨਾਲ ਹੀ ਉਹਨੇ ਕੀ ਕੀਤਾ ਸੀ, ਸ਼ਕਤੀਸ਼ਾਲੀ ਰਾਜਪੂਤ ਰਾਜ ਦੇ ਉੱਤੇ ਉਹ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਸੀ। ਉਸ ਸਮੇਂ ਉੱਥੋਂ ਦਾ ਜਿਹੜਾ ਰਾਜਾ ਸੀ ਉਹ ਰਤਨ ਸਿੰਘ ਸੀ ਤੇ ਕਿਹਾ ਜਾਂਦਾ ਹੈ ਕਿ ਰਤਨ ਸਿੰਘ ਦੀ ਪਤਨੀ ਸੀਗੀ ਪਦਮਨੀ। ਉਹ ਇੱਕ ਬਹੁਤ ਹੀ ਸੁੰਦਰ ਇਸਤਰੀ ਸੀ ਅਤੇ ਅਲਾਉਦੀਨ ਖਿਲਜੀ ਉਸ ਨੂੰ ਪ੍ਰਾਪਤ ਕਰਨ ਦੇ ਲਈ ਉਤਾਵਲਾ ਸੀ। ਇੱਕ ਪ੍ਰਚਲਿਤ ਗਾਥਾ ਦੇ ਅਨੁਸਾਰ ਰਾਜਾ ਰਤਨ ਸਿੰਘ ਨੇ ਬੜੀ ਉਦਾਰਤਾ ਦੇ ਨਾਲ ਸੁਲਤਾਨ ਨੂੰ ਸ਼ੀਸ਼ੇ ਰਾਹੀਂ ਪਦਮਨੀ ਦਾ ਦੀਦਾਰ ਕਰਨ ਦੀ ਆਗਿਆ ਦੇ ਦਿੱਤੀ ਸੀ। ਪਰ ਜਦੋਂ ਉਹ ਸੁਲਤਾਨ ਦਾ ਮਾਣ ਕਰਨ ਦੇ ਲਈ ਉਸ ਨੂੰ ਚਿਤੌੜ ਦੇ ਬਾਹਰਲੇ ਦਰਵਾਜ਼ੇ ਤੱਕ ਛੱਡਣ ਗਿਆ ਤਾਂ ਸੁਲਤਾਨ ਨੇ ਉਸ ਨੂੰ ਧੋਖੇ ਨਾਲ ਬੰਦੀ ਬਣਾ ਲਿਆ ਸੀ। ਤੇ ਉਸ ਤੋਂ ਬਾਅਦ ਕੀ ਹੋਇਆ, ਸੁਲਤਾਨ ਨੇ ਰਾਣੀ ਨੂੰ ਇਹ ਸੁਨੇਹਾ ਭੇਜਿਆ ਕਿ ਜੇ ਉਹ ਉਸ ਦੇ ਹਰਮ ਵਿੱਚ ਆਉਣਾ ਸਵੀਕਾਰ ਕਰ ਲਵੇ ਤਾਂ ਉਸ ਦੇ ਪਤੀ ਨੂੰ ਛੱਡ ਦਿੱਤਾ ਜਾਏਗਾ। ਰਾਣੀ ਨੇ ਇੱਕ ਚਾਲ ਚੱਲੀ, ਉਸਨੇ ਅਲਾਉਦੀਨ ਨੂੰ ਉੱਤਰ ਭੇਜ ਦਿੱਤਾ ਕਿ ਉਹ ਆਪਣੀਆਂ ਦਾਸੀਆਂ ਸਹਿਤ ਆ ਰਹੀ ਹੈ। ਇਸ ਤਰ੍ਹਾਂ 700 ਰਾਜਪੂਤ ਸੈਨਿਕ ਦਾਸੀਆਂ ਦੇ ਭੇਸ ਵਿੱਚ ਸੁਲਤਾਨ ਦੇ ਕੈਂਪ ਵਿੱਚ ਚਲੇ ਗਏ ਤੇ ਰਤਨ ਸਿੰਘ ਨੂੰ ਛੁਡਾ ਕੇ ਲੈ ਆਏ। ਇਸ 'ਤੇ ਅਲਾਉਦੀਨ ਬਹੁਤ ਕ੍ਰੋਧਿਤ ਹੋਇਆ ਤੇ ਉਹਨੇ ਚਿਤੌੜ ਦੇ ਕਿਲ੍ਹੇ ਦੇ ਉੱਪਰ ਧਾਵਾ ਬੋਲ ਦਿੱਤਾ। ਰਾਜਪੂਤਾਂ ਨੇ ਗੋਰਾ ਅਤੇ ਬਾਦਲ ਦੀ ਅਗਵਾਈ ਹੇਠ ਦੁਸ਼ਮਣਾਂ ਦਾ ਲਗਭਗ 5 ਮਹੀਨਿਆਂ ਤੱਕ ਡਟ ਕੇ ਸਾਹਮਣਾ ਕੀਤਾ। ਅੰਤ ਦੇ ਵਿੱਚ ਕੀ ਹੋਇਆ, ਉਹ ਹਾਰ ਗਏ ਤੇ ਜਿਹੜੇ ਗੋਰਾ ਅਤੇ ਬਾਦਲ ਸੀਗੇ ਉਹ ਲਸਾਨੀ ਸਾਹਸ ਤੇ ਬਹਾਦਰੀ ਦੀਆਂ ਕਹਾਣੀਆਂ ਪਿੱਛੇ ਛੱਡਦੇ ਹੋਏ ਸ਼ਹੀਦ ਹੋ ਗਏ ਸੀ। ਰਾਣੀ ਪਦਮਨੀ ਸੀ ਜਿਹੜੀ ਉਹਨੇ ਸੈਂਕੜੇ ਦੂਜੀਆਂ ਰਾਜਪੂਤ ਇਸਤਰੀਆਂ ਸਮੇਤ ਆਪਣੇ ਸਤੀਪਨ ਦੀ ਰੱਖਿਆ ਕਰਦੇ ਹੋਏ ਜੌਹਰ ਦੀ ਪ੍ਰਥਾ ਦਾ ਪਾਲਣ ਕੀਤਾ ਸੀ। ਇਸ ਪ੍ਰਕਾਰ ਅਲਾਉਦੀਨ ਨੇ ਚਿਤੌੜ ਉੱਤੇ ਜਿੱਤ ਪ੍ਰਾਪਤ ਕੀਤੀ। ਅਮੀਰ ਖੁਸਰੋ ਕਹਿੰਦਾ ਹੈ ਕਿ 30,000 ਰਾਜਪੂਤਾਂ ਨੂੰ ਇੱਕੋ ਦਿਨ ਵਿੱਚ ਕਤਲ ਕਰ ਦਿੱਤਾ ਗਿਆ ਸੀ ਤੇ ਰਾਜਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ ਗਿਆ ਸੀ ਤੇ ਸੁਲਤਾਨ ਨੇ ਆਪਣੇ ਪੁੱਤਰ ਸੀ ਜਿਹੜਾ ਖਿਜ਼ਰ ਖਾਂ ਉਹਨੂੰ ਇੱਥੋਂ ਦਾ ਸ਼ਾਸਕ ਬਣਾਇਆ ਸੀ ਤੇ ਚਿਤੌੜ ਨੂੰ ਖਿਜ਼ਰਾਬਾਦ ਦਾ ਨਾਮ ਦੇ ਦਿੱਤਾ ਗਿਆ ਸੀ। ਉਸ ਤੋਂ ਅੱਗੇ ਮਾਲਵਾ ਦੀ ਜਿੱਤ। 1305 ਈਸਵੀ ਦੇ ਵਿੱਚ ਅਲਾਉਦੀਨ ਖਲਜੀ ਨੇ ਮਾਲਵਾ ਦਾ ਜਿਹੜਾ ਵਿਸ਼ਾਲ ਖੇਤਰ ਸੀ ਉਹਦੇ ਵਿੱਚ ਉਜੈਨ, ਧਾਰ, ਚੰਦੇਰੀ, ਮਾਂਡੂ ਇਹ ਇਲਾਕੇ ਸ਼ਾਮਲ ਸੀ, ਉਹਨਾਂ ਨੂੰ ਫਤਿਹ ਕਰਨ ਦਾ ਨਿਸ਼ਚਾ ਕੀਤਾ ਸੀ। ਇਸ ਉਦੇਸ਼ ਦੇ ਲਈ ਉਹਨੇ ਆਇਨ ਉਲ ਮੁਲਕ ਮੁਲਤਾਨੀ ਦੀ ਅਗਵਾਈ ਦੇ ਵਿੱਚ 10,000 ਘੋੜਸਵਾਰਾਂ ਦੀ ਸੈਨਾ ਭੇਜ ਦਿੱਤੀ ਸੀ।
ਉਸ ਸਮੇਂ ਜਿਹੜਾ ਮਾਲਵਾ ਦਾ ਰਾਜਾ ਸੀ ਉਹ ਸੀਗਾ ਰਾਏ ਮਹਿਲਕ ਦੇਵ, ਪਰ ਉਸ ਦਾ ਜਿਹੜਾ ਵਜ਼ੀਰ ਸੀ ਕੋਕਾ ਪ੍ਰਧਾਨ ਉਸ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਸੀ। ਉਹਦੇ ਕੋਲ 30,000 ਤੋਂ 40,000 ਦੇ ਵਿਚਾਲੇ ਘੋੜਸਵਾਰ ਅਤੇ ਪੈਦਲ ਸੈਨਿਕ ਸੀ। ਮੁਸਲਮਾਨਾਂ ਦੀ ਸੈਨਾ ਨੇ ਬੜੀ ਤੇਜ਼ੀ ਦੇ ਨਾਲ ਹਮਲਾ ਕੀਤਾ ਅਤੇ ਮਾਲਵਾ ਦੇ ਲੋਕਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਕੋਕਾ ਪ੍ਰਧਾਨ ਸੀ ਜੋ ਉਹਦੀ ਵਿਸ਼ਾਲ ਸੈਨਾ ਵੀ ਦੁਸ਼ਮਣ ਅੱਗੇ ਵਧੇਰੇ ਸਮੇਂ ਤੱਕ ਟਿਕ ਨਾ ਸਕੀ ਅਤੇ ਉਹ ਰਣ ਖੇਤਰ ਦੇ ਵਿੱਚ ਹੀ ਹਾਰ ਗਿਆ ਸੀ ਅਤੇ ਮਾਰਿਆ ਗਿਆ ਸੀ। ਉਹਦਾ ਸਿਰ ਕੱਟ ਕੇ ਦਿੱਲੀ ਭੇਜ ਦਿੱਤਾ ਗਿਆ ਸੀ ਅਤੇ ਜਿਹੜਾ ਮਹਿਲਕ ਦੇਵ ਸੀ ਉਹਨੇ ਦੌੜ ਕੇ ਮਾਂਡੂ ਦੇ ਕਿਲ੍ਹੇ ਦੇ ਵਿੱਚ ਸ਼ਰਨ ਲੈ ਲਈ ਸੀ। ਉਜ਼ੈਨ, ਧਾਰ ਅਤੇ ਚੰਦੇਰੀ ਦੇ ਉੱਤੇ ਅਧਿਕਾਰ ਕਰਨ ਦੇ ਬਾਅਦ ਜਿਹੜੀ ਸ਼ਾਹੀ ਸੈਨਾ ਸੀ ਉਹ ਮਾਂਡੂ ਦੇ ਕਿਲ੍ਹੇ ਵੱਲ ਨੂੰ ਵੱਧ ਗਈ ਸੀ। ਆਈਨ ਉਲ ਮੁਲਕ ਦੇ ਉਦੇਸ਼ ਦੇ ਅਨੁਸਾਰ ਸੈਨਿਕਾਂ ਨੇ ਕੀ ਕੀਤਾ, ਮਾਂਡੂ ਦੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ ਸੀ ਅਤੇ ਮਹਿਲਕ ਦੇਵ ਰਾਜਾ ਸੀ ਜਿਹੜਾ ਉਹਨੇ ਕਿਲ੍ਹੇ ਤੋਂ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਸੀ। ਪਰ ਮੰਦੇ ਭਾਗਾਂ ਨੂੰ ਕਿਲ੍ਹੇ ਦੇ ਇੱਕ ਪਹਿਰੇਦਾਰ ਨੇ ਵਿਸ਼ਵਾਸਘਾਤ ਕਰਕੇ ਰਾਤ ਦੇ ਹਨੇਰੇ ਦੇ ਵਿੱਚ ਦੁਸ਼ਮਣਾਂ ਨੂੰ ਕਿਲ੍ਹੇ ਦੇ ਅੰਦਰ ਆਉਣ ਦਾ ਇੱਕ ਗੁਪਤ ਰਸਤਾ ਦੱਸ ਦਿੱਤਾ ਸੀ। ਸ਼ਾਹੀ ਸੈਨਿਕਾਂ ਨੇ ਕਿਲ੍ਹੇ ਦੇ ਅੰਦਰ ਆ ਕੇ ਹੱਲਾ ਬੋਲਤਾ ਸੀ ਅਤੇ ਮਹਿਲਕ ਦੇਵ ਅਤੇ ਉਹਦੇ ਬਹੁਤ ਸਾਰੇ ਸੈਨਿਕ ਸੀ ਜਿਹੜੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਤਰ੍ਹਾਂ 24 ਦਸੰਬਰ 1305 ਈਸਵੀ ਨੂੰ ਮੁਸਲਮਾਨਾਂ ਦਾ ਜਿਹੜਾ ਮਾਂਡੂ ਦੇ ਕਿਲ੍ਹੇ ਦੇ ਉੱਤੇ ਅਧਿਕਾਰ ਹੋ ਗਿਆ ਸੀ ਅਤੇ ਅਲਾਊਦੀਨ ਨੇ ਆਈਨ ਉਲ ਮੁਲਕ ਦੀ ਇਸ ਸ਼ਾਨਦਾਰ ਜਿੱਤ ਤੋਂ ਪ੍ਰਸੰਨ ਹੋ ਕੇ ਉਹਨੂੰ ਮਾਲਵਾ ਦਾ ਗਵਰਨਰ ਨਿਯੁਕਤ ਕਰਤਾ ਸੀ। ਇਸ ਤੋਂ ਗਿਆ ਸਿਵਾਨਾ ਦੀ ਜਿੱਤ। 1308 ਈਸਵੀ ਦੇ ਵਿੱਚ ਸੁਲਤਾਨ ਸੀ ਜਿਹੜਾ ਅਲਾਊਦੀਨ, ਉਹਨੇ ਮਾਰਵਾੜ ਦੇ ਪ੍ਰਦੇਸ਼ ਦੇ ਉੱਪਰ ਜਿੱਤ ਪ੍ਰਾਪਤ ਕਰਨੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਸੀ। ਉਹਨੇ ਕੀ ਕੀਤਾ ਸੀ, ਸੈਨਾ ਭੇਜੀ ਸੀ ਸਿਵਾਨਾ ਦੇ ਸ਼ਕਤੀਸ਼ਾਲੀ ਕਿਲ੍ਹੇ ਦੇ ਉੱਪਰ ਸੈਨਾ ਦੇ ਨਾਲ ਹਮਲਾ ਕਰਤਾ ਸੀ। ਸਿਵਾਨਾ ਸੀ ਜੋਧਪੁਰ ਤੋਂ 80 ਕਿਲੋਮੀਟਰ ਦੂਰ ਦੱਖਣ ਪੱਛਮ ਵੱਲ ਸਥਿਤ ਸੀ। ਉਸ ਸਮੇਂ ਪਰਮਾਰ ਵੰਸ਼ ਦਾ ਜਿਹੜਾ ਸੀਤਲ ਦੇਵ ਸੀ ਉੱਥੋਂ ਦਾ ਸ਼ਾਸਕ ਸੀਗਾ। ਉਹਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ। ਜਦੋਂ ਸੁਲਤਾਨ ਨੂੰ ਇਹ ਪਤਾ ਲੱਗਿਆ ਕਿ ਜਿਹੜੀ ਸ਼ਾਹੀ ਸੈਨਾ ਨੂੰ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਈ ਤਾਂ ਉਹਨੇ 3 ਜੁਲਾਈ 1309 ਈਸਵੀ ਨੂੰ ਆਪ ਵਿਸ਼ਾਲ ਸੈਨਾ ਲੈ ਕੇ ਸਿਵਾਨਾ ਵੱਲ ਨੂੰ ਕੂਚ ਕਰ ਦਿੱਤਾ ਸੀ। ਉਹਦੀ ਸੈਨਾ ਦੀਆਂ ਵੱਖ-ਵੱਖ ਟੁਕੜੀਆਂ ਨੇ ਕਿਲ੍ਹੇ ਨੂੰ ਪੂਰਬ, ਦੱਖਣ ਅਤੇ ਉੱਤਰ ਵੱਲੋਂ ਘੇਰ ਲਿਆ ਸੀਗਾ। ਹਮਲਾਵਰਾਂ ਨੇ ਕੀ ਕੀਤਾ ਸੀ, ਝੀਲ ਤੋਂ ਕਿਲ੍ਹੇ ਦੇ ਅੰਦਰ ਪਾਣੀ ਜਾਣ ਦਾ ਜਿਹੜਾ ਰਸਤਾ ਸੀ ਉਹ ਬੰਦ ਕਰ ਦਿੱਤਾ ਸੀ ਅਤੇ ਅਜਿਹੀ ਹਾਲਤ ਦੇ ਵਿੱਚ ਸੀਤਲ ਦੇਵ ਸੀ ਕਾਫੀ ਜ਼ਿਆਦਾ ਸਮੇਂ ਤੱਕ ਦੁਸ਼ਮਣਾਂ ਦਾ ਵਿਰੋਧ ਨਹੀਂ ਕਰ ਸਕਿਆ ਸੀ ਅਤੇ ਲੜਦਾ ਹੋਇਆ ਉਹ ਵੀਰਗਤੀ ਨੂੰ ਪ੍ਰਾਪਤ ਕਰ ਗਿਆ ਸੀ। 9 ਸਤੰਬਰ 1309 ਈਸਵੀ ਨੂੰ ਉਸ ਦਾ ਤੀਰਾਂ ਦੇ ਨਾਲ ਛਲਣੀ ਲੰਬਾ ਚੌੜਾ ਸਰੀਰ ਸੀ ਉਹ ਜਿਹੜਾ ਸੁਲਤਾਨ ਦੇ ਅੱਗੇ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਵੇਖ ਕੇ ਉਹ ਬੜਾ ਪ੍ਰਭਾਵਿਤ ਹੋਇਆ ਸੀ ਅਤੇ ਜਿੱਤੇ ਹੋਏ ਜਿਹੜੇ ਵੀ ਕਿਲ੍ਹੇ ਸੀਗੇ ਅਤੇ ਪ੍ਰਦੇਸ਼ ਸੀ ਉਹਨਾਂ ਦਾ ਗਵਰਨਰ ਉਹਨੇ ਅਲਾਊਦੀਨ ਨੇ ਕਮਾਲੂਦੀਨ ਗੁਰਗ ਨੂੰ ਨਿਯੁਕਤ ਕਰ ਦਿੱਤਾ ਸੀ। ਉਸ ਤੋਂ ਨੈਕਸਟ ਹੈ ਜਲੌਰ ਦੀ ਜਿੱਤ। ਜਲੌਰ ਦਾ ਜਿਹੜਾ ਰਾਜ ਸੀ ਉਹ ਸਿਵਾਨਾ ਤੋਂ ਲਗਭਗ 50 ਕੁ ਕਿਲੋਮੀਟਰ ਦੂਰ ਸਥਿਤ ਸੀ। ਉੱਥੋਂ ਦਾ ਜਿਹੜਾ ਬਹਾਦਰ ਸੀ ਅਤੇ ਸ਼ਾਸੀ ਸ਼ਾਸਕ ਸੀਗਾ ਉਹ ਸੀਗਾ ਕਨਹੜ ਦੇਵ। 1297 ਈਸਵੀ ਦੇ ਵਿੱਚ ਜਦੋਂ ਗੁਜਰਾਤ ਦੀ ਜਿੱਤ ਤੋਂ ਬਾਅਦ ਉਲਗ ਖਾਂ ਅਤੇ ਨੁਸਰਤ ਖਾਂ ਦੀ ਅਗਵਾਈ ਦੇ ਵਿੱਚ ਖਲਜੀ ਸੈਨਾ ਵਾਪਸੀ ਦੇ ਸਮੇਂ ਮਾਰਵਾੜ ਦੇ ਪ੍ਰਦੇਸ਼ਾਂ ਦੇ ਵਿੱਚੋਂ ਲੰਘ ਰਹੀ ਸੀ ਤਾਂ ਜਿਹੜਾ ਕਨਹੜ ਦੇਵ ਦੀ ਸੈਨਾ ਸੀ ਸੈਨਾ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ। ਉਹਨਾਂ ਦੇ ਕਈ ਸੈਨਿਕਾਂ ਨੂੰ ਮਾਰ ਵੀ ਦਿੱਤਾ ਸੀ ਅਤੇ ਕਈਆਂ ਨੂੰ ਬੰਦੀ ਵੀ ਬਣਾ ਲਿਆ ਸੀ। ਅਤੇ ਇਸ ਤੋਂ ਪਿੱਛੋਂ ਕੀ ਹੋਇਆ ਸੀ, ਕਈ ਵਰ੍ਹਿਆਂ ਤੱਕ ਜਿਹੜਾ ਅਲਾਊਦੀਨ ਦੀ ਸੈਨਾ ਸੀ ਉਹ ਰਣਥੰਭੌਰ, ਚਿਤੌੜ ਅਤੇ ਮਾਲਵਾ ਦੇ ਪ੍ਰਦੇਸ਼ ਜਿੱਤਣ ਦੇ ਵਿੱਚ ਲੱਗੀ ਰਹੀ ਸੀਗੀ। 1309 ਈਸਵੀ ਦੇ ਵਿੱਚ ਸਿਵਾਨਾ ਦੀ ਜਿੱਤ ਤੋਂ ਬਾਅਦ ਅਲਾਊਦੀਨ ਨੇ ਉੱਥੋਂ ਦੇ ਨਵੇਂ ਗਵਰਨਰ ਸੀ ਜਿਹੜਾ ਕਮਾਲੂਦੀਨ ਗੁਰਗ, ਉਹਨੂੰ ਜਲੌਰ ਦੇ ਗੁਸਤਾਖ ਸ਼ਾਸਕ ਦੀ ਸ਼ਕਤੀ ਕੁਚਲ ਦੇਣ ਦਾ ਆਦੇਸ਼ ਦਿੱਤਾ ਸੀ। ਕਮਾਲੂਦੀਨ ਦੀ ਅਗਵਾਈ ਦੇ ਵਿੱਚ ਕੀ ਕੀਤਾ ਸੀ, ਖਲਜੀ ਸੈਨਾ ਨੇ ਜਲੌਰ ਦੇ ਕਿਲ੍ਹੇ ਦੇ ਉੱਪਰ ਹਮਲਾ ਕਰ ਦਿੱਤਾ ਸੀ। ਕਨਹੜ ਦੇਵ ਸੀ ਜਿਹੜਾ ਉਹਨੇ ਹਮਲਾਵਰਾਂ ਦਾ ਕਈ ਦਿਨਾਂ ਤੱਕ ਡਟ ਕੇ ਮੁਕਾਬਲਾ ਕੀਤਾ ਸੀ ਅਤੇ ਅੰਤ ਬੀਕਾ ਦਾਹੀਆ ਨਾਮਕ ਉਸ ਦੇ ਇੱਕ ਸੈਨਿਕ ਦੇ ਵਿਸ਼ਵਾਸਘਾਤ ਦੇ ਕਾਰਨ ਇੱਕ ਗੁਪਤ ਰਸਤੇ ਰਾਹੀਂ ਜਿਹੜੇ ਸੈਨਿਕ ਸੀਗੇ ਦੁਸ਼ਮਣ ਦੇ ਉਹ ਕਿਲ੍ਹੇ ਦੇ ਅੰਦਰ ਪ੍ਰਵੇਸ਼ ਕਰ ਗਏ ਸੀ। ਕਨਹੜ ਦੇਵ ਅਤੇ ਉਸ ਦੀ ਸੈਨਾ ਸੀ ਜਿਹੜੀ ਉਹਦੇ ਸੈਨਿਕ ਬੜੀ ਬਹਾਦਰੀ ਦੇ ਨਾਲ ਲੜਦੇ ਹੋਏ ਮਾਰੇ ਗਏ ਸੀਗੇ। ਰਾਜਪੂਤ ਰਾਣੀਆਂ ਨੇ ਵੀ ਵਿਸ਼ਾਲ ਚਿਤਾ ਵਿੱਚ ਸੜ ਕੇ ਜੌਹਰ ਦੀ ਰਸਮ ਅਦਾ ਕੀਤੀ ਸੀ। ਵਿਸ਼ਵਾਸਘਾਤੀ ਬੀਕਾ ਦੀ ਉਸ ਦੀ ਸਵੈ ਅਭਿਮਾਨੀ ਪਤਨੀ ਰਾਹੀਂ ਹੱਤਿਆ ਕਰ ਦਿੱਤੀ ਗਈ ਸੀ ਅਤੇ ਜਲੌਰ ਦੇ ਕਿਲ੍ਹੇ ਅਤੇ ਰਾਜ ਨੂੰ ਦਿੱਲੀ ਸਲਤਨਤ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਜਿਹੜਾ ਜਲੌਰ ਦੀ ਵਿਜੇ ਸੀਗੀ ਉਹਦੇ ਨਾਲ ਕੀ ਹੋਇਆ ਸੀ, ਰਾਜਪੂਤਾਂ ਦੇ ਸਾਰੇ ਮੁੱਖ ਰਾਜ ਸੀ ਜਿਹੜੇ ਜੈਸਲਮੇਰ, ਰਣਥੰਭੌਰ, ਚਿਤੌੜ, ਸਿਵਾਨਾ ਅਤੇ ਜਲੌਰ,
ਉਹ ਦਿੱਲੀ ਸਾਮਰਾਜ ਦਾ ਹਿੱਸਾ ਬਣ ਗਏ ਸੀ। ਉੱਥੋਂ ਦੇ ਛੋਟੇ ਛੋਟੇ ਕਿਲਿਆਂ ਅਤੇ ਇਲਾਕਿਆਂ ਨੂੰ ਫਤਿਹ ਕਰਨ ਦਾ ਕੰਮ ਸੀ ਜਿਹੜਾ, ਉਹ ਅਲਾਊਦੀਨ ਨੇ ਜਿਹੜੇ ਸੂਬੇਦਾਰ ਨਿਯੁਕਤ ਕੀਤੇ ਹੋਏ ਸੀ ਉਹੀ ਕਰ ਦਿੰਦੇ ਹੁੰਦੇ ਸੀ। ਤਾਂ ਇਹ ਸੀ ਸਾਡੀਆਂ ਅੱਜ ਦੀਆਂ ਅਲਾਊਦੀਨ ਖਲਜੀ ਦੀਆਂ ਉੱਤਰੀ ਭਾਰਤ ਦੀਆਂ ਜਿੱਤਾਂ। ਤਾਂ ਸੈਕਿੰਡ ਜਿਹੜਾ ਸਾਡਾ ਪਾਰਟ 2 ਹੋਏਗਾ ਵੀਡੀਓ ਦਾ, ਉਸ ਦੇ ਵਿੱਚ ਅਸੀਂ ਕਰਾਂਗੇ ਅਲਾਊਦੀਨ ਖਲਜੀ ਦੀਆਂ ਦੱਖਣੀ ਭਾਰਤ ਦੀਆਂ ਜਿੱਤਾਂ ਅਤੇ ਉਹਨੇ ਮੰਗੋਲਾਂ ਦੇ ਪ੍ਰਤੀ ਕਿਹੋ ਜਿਹੀ ਨੀਤੀ ਅਪਣਾਈ ਹੋਈ ਸੀ। ਸੈਕਿੰਡ ਪਾਰਟ ਦੇ ਵਿੱਚ ਅਸੀਂ ਇਹ ਵਾਲਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਸਮਝ ਆਈ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ।